ਬਹੁਤ ਵਾਰ ਅਜਿਹੀਆਂ ਮਹਿਲਾਵਾਂ ਮੇਰੇ ਕੋਲ ਆਉਂਦੀਆਂ ਹਨ ਜਿਨ੍ਹਾਂ ਦੀ ਬੱਚੇਦਾਨੀ ਨੂੰ ਕੱਢ ਦਿੱਤਾ ਜਾਂਦਾ ਹੈ ਕਿਉਂਕਿ ਉਹਨਾਂ ਨੂੰ ਬਹੁਤ ਜ਼ਿਆਦਾ ਖੂਨ ਪੈ ਰਿਹਾ ਹੁੰਦਾ ਹੈ। ਕੀ ਤੁਸੀਂ ਸੋਚਿਆ ਹੈ ਕਿ ਇਹ ਇੰਨਾ ਜ਼ਿਆਦਾ ਖੂਨ ਕਿਉਂ ਪੈਣ ਲੱਗ ਜਾਂਦਾ ਹੈ? ਜਾਂ ਫਿਰ ਅਕਸਰ ਹੀ ਮਾਹਵਾਰੀ ਦੇ ਦੌਰਾਨ ਬਹੁਤ ਜ਼ਿਆਦਾ ਖੂਨ ਪੈ ਰਿਹਾ ਹੁੰਦਾ ਹੈ ਪਰ ਅਸੀਂ ਉਸ ਨੂੰ ਇੰਨਾ ਜ਼ਿਆਦਾ ਨਹੀਂ ਸੋਚਦੇ ਤੇ ਇਗਨੋਰ ਕਰਦੇ ਜਾਂਦੇ ਹਾਂ। ਕਈ ਵਾਰ ਬਹੁਤ ਜ਼ਿਆਦਾ ਗੁੱਸਾ ਆਉਂਦਾ ਹੈ ਤੇ ਬਹੁਤ ਜ਼ਿਆਦਾ ਐਂਗਜ਼ਾਇਟੀ ਹੁੰਦੀ ਹੈ, ਡਿਪਰੈਸ਼ਨ ਹੁੰਦਾ ਹੈ। ਬਹੁਤੇ ਲੋਕਾਂ ਦੇ ਵਿੱਚ ਨੀਂਦ ਦੀ ਕਮੀ ਹੋ ਜਾਂਦੀ ਹੈ, ਹੱਥਾਂ ਪੈਰਾਂ 'ਚੋਂ ਜਲਨ ਹੁੰਦੀ ਹੈ, ਸਰੀਰ ਦੇ ਵਿੱਚ ਕਿਸੇ ਹਿੱਸੇ ਦੇ ਵਿੱਚ ਦਰਦ ਦੇ ਨਾਲ-ਨਾਲ ਜਲਨ ਵੀ ਹੁੰਦੀ ਹੈ। ਕਈ ਲੋਕਾਂ ਨੂੰ ਅਕਸਰ ਹੀ ਬਹੁਤ ਜ਼ਿਆਦਾ ਨਕਸੀਰ ਛੁੱਟਦੀ ਰਹਿੰਦੀ ਹੈ ਤੇ ਬਵਾਸੀਰ ਦੀ ਸ਼ਿਕਾਇਤ ਵੀ ਜਿਨ੍ਹਾਂ ਦੇ ਵਿੱਚ ਪਾਈ ਜਾਂਦੀ ਹੈ। ਇਹ ਸਾਰੇ ਹੀ ਰੋਗਾਂ ਦਾ ਕਾਰਨ ਹੈ ਸਰੀਰ ਦੇ ਵਿੱਚ ਪਿੱਤ ਦਾ ਵਧਣਾ। ਬਹੁਤ ਵਾਰ ਤੁਸੀਂ ਦੇਖਿਆ ਹੋਵੇਗਾ ਕਿ ਬਹੁਤ ਛੋਟੀ ਉਮਰੇ ਹੀ ਵਾਲ ਜਿਹੜੇ ਹਨ ਉਹ ਸਫੇਦ ਹੋ ਜਾਂਦੇ ਹਨ ਤੇ ਅੱਖਾਂ ਦੀ ਨਿਗਾਹ ਜਿਹੜੀ ਹੈ ਉਹ ਕਮਜ਼ੋਰ ਹੋਣੀ ਸ਼ੁਰੂ ਹੋ ਜਾਂਦੀ ਹੈ, ਚੱਕਰ ਆਉਂਦੇ ਹਨ ਤੇ ਕਈ ਵਾਰ ਲੱਗਦਾ ਹੈ ਕਿ ਬੁੱਧੀ ਜਿਹੜੀ ਹੈ ਉਹ ਵੀ ਚੰਗੀ ਤਰ੍ਹਾਂ ਕੰਮ ਨਹੀਂ ਕਰ ਰਹੀ। ਇਹ ਸਾਰੇ ਹੀ ਲੱਛਣ ਸਰੀਰ ਦੇ ਵਿੱਚ ਗਰਮੀ ਤੇ ਪਿੱਤ ਦੋਸ਼ ਦੇ ਵਧਣ ਕਰਕੇ ਹਨ। ਇਹ ਸਾਰੇ ਲੱਛਣ ਤੁਹਾਨੂੰ ਕਿਸੇ ਭਿਅੰਕਰ ਐਮਰਜੈਂਸੀ ਦੇ ਵਿੱਚ ਪਾ ਸਕਦੇ ਹਨ। ਇਹਨਾਂ ਨੂੰ ਕਦੀ ਵੀ ਇਗਨੋਰ ਨਾ ਕਰੋ, ਸਗੋਂ ਤੁਰੰਤ ਇਸ ਦਾ ਇਲਾਜ ਕਰੋ। ਆਓ ਜਾਣਦੇ ਹਾਂ ਕਿ ਇਹਨਾਂ ਤੋਂ ਕਿਸ ਤਰ੍ਹਾਂ ਬਚਿਆ ਜਾ ਸਕਦਾ ਹੈ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਡਾਕਟਰ ਗਗਨਪ੍ਰੀਤ ਕੌਰ ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਆਯੁਰਵੈਦਿਕ ਰਸੋਈ। ਅੱਜ ਦਾ ਜਿਹੜਾ ਸਾਡੀ ਗੱਲਬਾਤ ਦਾ ਵਿਸ਼ਾ ਹੈ ਉਹ ਹੈ ਗਰਮੀ ਦੀ ਰੁੱਤ ਵਿੱਚ ਕਿਸ ਤਰ੍ਹਾਂ ਦਾ ਸਾਡਾ ਰਹਿਣ ਸਹਿਣ ਤੇ ਕਿਸ ਤਰ੍ਹਾਂ ਦਾ ਖਾਣ ਪਾਨ ਹੋਣਾ ਚਾਹੀਦਾ ਹੈ। ਸਭ ਤੋਂ ਪਹਿਲਾਂ ਅਸੀਂ ਇਸ ਬਾਰੇ ਗੱਲ ਕਰਾਂਗੇ ਕਿ ਇਸ ਚੀਜ਼ ਬਾਰੇ ਜਾਣਨਾ ਸਾਡੇ ਲਈ ਜ਼ਰੂਰੀ ਕਿਉਂ ਹੈ। ਆਯੁਰਵੇਦ ਦਾ ਜਿਹੜਾ ਪਹਿਲਾ ਮਕਸਦ ਹੈ ਉਹ ਇਹੀ ਹੈ ਕਿ ਸਵਸਥस्य ਸਵਾਸਥ ਰਕਸ਼ਣਮ। ਜਦੋਂ ਵੀ ਤੁਸੀਂ ਬਿਮਾਰ ਹੁੰਦੇ ਹੋ ਤੁਸੀਂ ਡਾਕਟਰ ਨੂੰ ਉਸ ਵੇਲੇ ਯਾਦ ਕਰਦੇ ਹੋ, ਪਰ ਆਯੁਰਵੈਦਿਕ ਡਾਕਟਰ ਕੋਲ ਤੁਸੀਂ ਉਸ ਵੇਲੇ ਵੀ ਜਾ ਸਕਦੇ ਹੋ ਜਦੋਂ ਤੁਸੀਂ ਇਹ ਚਾਹੁੰਦੇ ਹੋਵੋ ਕਿ ਅਸੀਂ ਕਦੀ ਬਿਮਾਰ ਹੋਈਏ ਹੀ ਨਾ, ਕਿਉਂਕਿ ਆਯੁਰਵੈਦਿਕ ਜਿਹੜੇ ਵੈਦ ਨੇ ਇਹਨਾਂ ਦਾ ਪਹਿਲਾ ਮਕਸਦ ਹੈ ਸਵਸਥ ਵਿਅਕਤੀ ਨੂੰ ਸਵਸਥ ਰਹਿਣ ਦਾ ਨੁਕਤਾ ਦੱਸਣਾ ਤੇ ਸਵਸਥਤਾ ਬਣਾਏ ਰੱਖਣ ਦੇ ਤਰੀਕੇ ਦੱਸਣਾ, ਤੇ ਦੂਸਰਾ ਪ੍ਰਯੋਜਨ ਹੈ ਆਤੁਰस्य ਵਿਕਾਰ ਪ੍ਰਸ਼ਮਨਮ ਚ। ਆਤੁਰ ਦਾ ਮਤਲਬ ਹੈ ਰੋਗੀ, ਰੋਗੀ ਦੇ ਵਿਕਾਰ ਨੂੰ ਦੂਰ ਕਰਨਾ। ਤਾਂ ਦੋਨੋਂ ਹੀ ਤਰੀਕਿਆਂ ਨਾਲ ਅਸੀਂ ਚਿਕਿਤਸਾ ਕਰਦੇ ਹਾਂ, ਪਰ ਕਿਉਂ ਨਾ ਜੇ ਅਸੀਂ ਪਹਿਲਾਂ ਹੀ ਸਿੱਖ ਲਈਏ ਕਿ ਅਸੀਂ ਬਿਮਾਰ ਹੋਈਏ ਹੀ ਨਾ ਤਾਂ ਸਾਨੂੰ ਕਿੰਨਾ ਫਾਇਦਾ ਹੋ ਸਕਦਾ ਹੈ। ਸਭ ਤੋਂ ਪਹਿਲਾਂ ਅਸੀਂ ਚਰਚਾ ਕਰਾਂਗੇ ਖਾਣ ਪਾਨ ਬਾਰੇ, ਕਿਉਂਕਿ ਇਸ ਚੈਨਲ ਤੇ ਅਸੀਂ ਸਭ ਤੋਂ ਜ਼ਿਆਦਾ ਜਿਹੜਾ ਧਿਆਨ ਦਿੰਦੇ ਹਾਂ ਉਹ ਖਾਣ ਪਾਨ ਤੇ ਹੈ ਤੇ ਇਹ ਸੱਚਾਈ ਵੀ ਹੈ ਕਿ 80% ਸਾਡੀ ਜਿਹੜੀ ਸਿਹਤ ਹੈ ਉਹ ਸਾਡੇ ਖਾਣ ਪਾਨ ਤੇ ਹੀ ਨਿਰਭਰ ਕਰਦੀ ਹੈ, ਜਿਸ ਵਿੱਚ ਸਭ ਤੋਂ ਪਹਿਲਾਂ ਆ ਜਾਣਗੀਆਂ ਗਰਮੀ ਰੁੱਤ ਦੇ ਆਟਿਆਂ ਬਾਰੇ ਗੱਲ ਕਰਾਂਗੇ ਅਸੀਂ, ਕਿਉਂਕਿ ਸਾਡਾ ਜਿਹੜਾ ਮੁੱਖ ਭੋਜਨ ਹੈ ਉਹ ਰੋਟੀ ਹੈ। ਅਸੀਂ ਤਿੰਨੋਂ ਵਕਤ ਰੋਟੀ ਜ਼ਰੂਰ ਲੈਂਦੇ ਹਾਂ। ਸਭ ਤੋਂ ਪਹਿਲਾਂ ਜਿਹੜਾ ਆਟਾ ਹੈ ਮੁੱਖ ਤੌਰ ਤੇ ਕਣਕ ਦਾ ਆਟਾ ਆਉਂਦਾ ਹੈ ਤੇ ਕਣਕ ਜਿਹੜੀ ਹੈ ਇਹ ਤਾਸੀਰ ਵਿੱਚ ਠੰਡੀ ਹੁੰਦੀ ਹੈ ਤੇ ਇਸ ਨੂੰ ਅਸੀਂ ਗਰਮੀ ਦੇ ਵਿੱਚ ਬਹੁਤ ਆਮ ਵਰਤ ਸਕਦੇ ਹਾਂ। ਪਰ ਅੱਜ ਦਾ ਜਿਹੜਾ ਸਮਾਂ ਹੈ ਇਸ ਦੇ ਵਿੱਚ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਨੇ ਸਾਡੇ ਨਾਲ ਚੱਲ ਰਹੀਆਂ ਹਨ, ਇਸ ਕਰਕੇ ਕਈ ਵਾਰ ਅਸੀਂ ਕਣਕ ਨੂੰ ਵਰਤਣਾ ਜਿਹੜਾ ਹੈ ਉਹ ਸਹੀ ਨਹੀਂ ਸਮਝਦੇ। ਕਾਰਨ ਇਹ ਹੈ ਕਿ ਕਣਕ ਦੇ ਵਿੱਚ ਕਫ ਦੀ ਮਾਤਰਾ ਵੀ ਥੋੜੀ ਜਿਹੀ ਜ਼ਿਆਦਾ ਹੁੰਦੀ ਹੈ, ਇਸ ਕਰਕੇ ਖਾਸ ਤੌਰ ਤੇ ਜਿਹੜੇ ਰੋਗੀ ਵੀ ਹਨ ਤੇ ਜਿਨ੍ਹਾਂ ਦੇ ਅੰਦਰ ਮੋਟਾਪਾ ਵੀ ਹੈ ਉਹਨਾਂ ਨੂੰ ਕਣਕ ਦੀ ਜ਼ਿਆਦਾ ਵਰਤੋਂ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਕਣਕ ਦੀ ਐਲਰਜੀ ਜਿਹੜੀ ਹੈ ਇਹ ਵੀ ਦੇਖਣ ਵਿੱਚ ਅੱਜਕੱਲ ਆਮ ਮਿਲ ਰਹੀ ਹੈ, ਇਸ ਕਰਕੇ ਵੀ ਕੁਝ ਲੋਕ ਕਣਕ ਦੀ ਵਰਤੋਂ ਨਹੀਂ ਕਰ ਸਕਦੇ। ਕਣਕ ਦੀ ਵਰਤੋਂ ਕਿਹਨਾਂ ਲਈ ਜ਼ਿਆਦਾ ਵਧੀਆ ਹੈ? ਜਿਹੜੇ ਬਹੁਤ ਜ਼ਿਆਦਾ ਪਤਲੇ ਹਨ, ਜਿਨ੍ਹਾਂ ਦੇ ਵਿੱਚ ਬਹੁਤ ਜ਼ਿਆਦਾ ਰੁੱਖਾਪਨ ਹੈ ਤੇ ਛੋਟੇ ਬੱਚੇ ਜਿਨ੍ਹਾਂ ਦੀ ਅਸੀਂ ਗਰੋਥ ਚਾਹੁੰਦੇ ਹਾਂ, ਜਿਨ੍ਹਾਂ ਦਾ ਸਾਨੂੰ ਲੱਗਦਾ ਹੈ ਕਿ weight gain ਹੋਣਾ ਚਾਹੀਦਾ ਹੈ, ਜਾਂ ਜਿਹੜੇ ਵੀ weight gain ਕਰਨਾ ਚਾਹੁੰਦੇ ਹਨ ਉਹਨਾਂ ਦੇ ਲਈ ਕਣਕ ਦਾ ਆਟਾ ਵਧੀਆ ਹੈ। ਉਸ ਤੋਂ ਬਾਅਦ ਜਿਹੜਾ ਸਭ ਤੋਂ ਪਹਿਲੇ ਨੰਬਰ ਤੇ ਆਟਾ ਆਉਂਦਾ ਹੈ ਜਿਹੜਾ ਹਰ ਕਿਸੇ ਲਈ ਚੰਗਾ ਹੈ ਉਹ ਹੈ ਜੌਂ ਦਾ ਆਟਾ। ਅੰਗਰੇਜ਼ੀ ਦੇ ਵਿੱਚ ਅਸੀਂ ਇਸ ਨੂੰ ਬਾਰਲੇ ਕਹਿ ਦਿੰਦੇ ਹਾਂ ਤੇ ਇਸ ਆਟੇ ਦੀ ਜੇ ਤੁਸੀਂ ਰੈਗੂਲਰ ਵਰਤੋਂ ਕਰਨਾ ਚਾਹੁੰਦੇ ਹੋ ਤਾਂ ਮੈਂ ਇਹੀ ਸਲਾਹ ਦੇਵਾਂਗੀ ਕਿ ਤੁਸੀਂ ਬਿਨਾਂ ਛਿਲਕੇ ਵਾਲੇ ਜੌਂ ਦਾ ਆਟਾ ਪਿਸਵਾਓ, ਜਿਹੜਾ ਕਿ ਖਾਣ ਵਿੱਚ ਬਹੁਤ ਸੌਖਾ ਹੋ ਜਾਂਦਾ ਹੈ ਤੇ ਇਸ ਦਾ ਕੋਈ ਬਹੁਤਾ ਪਤਾ ਵੀ ਨਹੀਂ ਚੱਲਦਾ ਕਿ ਅਸੀਂ ਕਣਕ ਦੀ ਰੋਟੀ ਨਹੀਂ ਖਾ ਰਹੇ, ਕਿਉਂਕਿ ਜਿਹੜਾ ਛਿਲਕੇ ਵਾਲਾ ਜੌਂ ਹੁੰਦਾ ਹੈ ਇਹ ਥੋੜਾ ਜਿਹਾ ਗਲੇ 'ਚ ਚੁਭਦਾ ਹੈ, ਜਿਸ ਕਰਕੇ ਸਾਨੂੰ ਰੋਜ਼ਾਨਾ ਖਾਣ ਵਿੱਚ ਇਸ ਦੀ ਦਿੱਕਤ ਆ ਸਕਦੀ ਹੈ। ਤਾਂ ਇਸ ਤਰੀਕੇ ਜੇ ਤੁਸੀਂ ਜੌਂ ਦਾ ਆਟਾ ਵਰਤਦੇ ਹੋ ਤਾਂ ਤੁਹਾਨੂੰ ਕੋਈ ਪਰੇਸ਼ਾਨੀ ਨਹੀਂ ਆਉਂਦੀ। ਇਹਨੂੰ ਗੁੰਨਿਆ ਵੀ ਉਸੇ ਤਰੀਕੇ ਜਾ ਸਕਦਾ ਹੈ ਜਿਵੇਂ ਕਣਕ ਦਾ ਅਸੀਂ ਆਟਾ ਗੁੰਨਦੇ ਹਾਂ, ਬਹੁਤ ਵਧੀਆ ਇਹ ਗੁੰਨਿਆ ਜਾਂਦਾ ਹੈ, ਸੌਖਾ ਹੈ, ਕੋਈ ਪਕਾਉਣਾ ਵੀ ਔਖਾ ਨਹੀਂ ਹੈ। ਜਿਨ੍ਹਾਂ ਦੇ ਸਰੀਰ ਵਿੱਚ ਬਹੁਤ ਜ਼ਿਆਦਾ ਗਰਮੀ ਰਹਿੰਦੀ ਹੈ, ਹੱਥਾਂ ਪੈਰਾਂ 'ਚ ਜਲਨ ਹੁੰਦੀ ਹੈ, ਅੱਖਾਂ 'ਚ ਜਲਨ ਹੁੰਦੀ ਹੈ, ਡਾਇਬਟੀਜ਼ ਦੇ ਰੋਗੀ, PCOD, ਥਾਇਰਾਇਡ ਜਾਂ ਜਿਨ੍ਹਾਂ ਦਾ ਪੇਟ ਅਕਸਰ ਖਰਾਬ ਰਹਿੰਦਾ ਹੈ, ਕੋਈ ਵੀ ਤੁਸੀਂ ਰੋਗ ਚੱਕ ਲਓ, ਮੀਨੋਪੌਜ਼ ਜਾਂ ਫਿਰ ਮਾਹਵਾਰੀ ਸੰਬੰਧਿਤ ਕੋਈ ਵੀ ਰੋਗ ਇਸਤਰੀਆਂ ਦੇ ਵਿੱਚ ਵੀ ਹਨ, ਤਾਂ ਜੌਂ ਦਾ ਜਿਹੜਾ ਆਟਾ ਹੈ ਜਾਂ ਜੌਂ ਦਾ ਦਲੀਆ
ਬਹੁਤ ਹੀ ਜ਼ਿਆਦਾ ਫਾਇਦਾ ਕਰਦਾ ਹੈ ਤੇ ਇਸ ਨੂੰ ਹਰ ਉਮਰ ਵਰਗ ਦੇ ਲੋਕ ਜਿਹੜੇ ਹਨ ਉਹ ਵਰਤੋਂ ਕਰ ਸਕਦੇ ਹਨ। ਇਸ ਤੋਂ ਅਗਲੇ ਆਟੇ ਬਾਰੇ ਅਸੀਂ ਗੱਲ ਕਰਾਂਗੇ, ਉਹ ਹੈ ਜਵਾਰ ਦਾ ਆਟਾ। ਜਵਾਰ ਦਾ ਆਟਾ ਵੀ ਤਾਸੀਰ ਵਿੱਚ ਠੰਡਾ ਹੁੰਦਾ ਹੈ ਤੇ ਗਰਮੀਆਂ ਦੇ ਵਿੱਚ ਖਾਣ ਲਈ ਬਹੁਤ ਚੰਗਾ ਹੈ, ਖੂਨ ਦੀ ਸਫਾਈ ਕਰਦਾ ਹੈ। ਜਵਾਰ ਇੱਕ ਤਰ੍ਹਾਂ ਦਾ ਮਿਲਟ ਹੈ, ਇਸ ਕਰਕੇ ਗਲੂਟਨ ਫ੍ਰੀ ਵੀ ਹੈ ਤੇ ਜਿਨ੍ਹਾਂ ਨੂੰ ਕਣਕ ਤੋਂ ਐਲਰਜੀ ਹੈ ਉਹਨਾਂ ਲਈ ਵੀ ਜਵਾਰ ਦਾ ਆਟਾ ਬਹੁਤ ਵਧੀਆ ਹੈ। ਪੇਟ ਜਿਨ੍ਹਾਂ ਦਾ ਠੀਕ ਨਹੀਂ ਰਹਿੰਦਾ, ਡਾਇਬੀਟੀਜ਼ ਦੇ ਰੋਗੀ ਹਨ ਜਾਂ ਹਾਰਟ ਦੇ ਪੇਸ਼ੈਂਟ ਹਨ, ਜਿਨ੍ਹਾਂ ਦਾ ਬੀਪੀ ਵੱਧਦਾ ਹੈ, ਜਿਨ੍ਹਾਂ ਦਾ ਕੋਲੇਸਟ੍ਰੋਲ ਹਾਈ ਰਹਿੰਦਾ ਹੈ, ਫੈਟੀ ਲਿਵਰ ਦੇ ਪੇਸ਼ੈਂਟ ਹਨ, ਇਹ ਸਾਰੇ ਹੀ ਜਵਾਰ ਦੇ ਆਟੇ ਦੀ ਰੋਟੀ ਜਿਹੜੀ ਹੈ ਉਹ ਲੈ ਸਕਦੇ ਹਨ। ਤੇ ਜਵਾਰ ਦੇ ਆਟੇ ਦੀ ਰੋਟੀ ਜਿਹੜੀ ਹੈ ਜੇ ਅਸੀਂ ਬੱਚਿਆਂ ਨੂੰ ਦੇਣੀ ਹੈ ਜਾਂ ਜਿਹੜੇ ਲੋਕ ਪਤਲੇ ਹਨ, ਜੇ ਉਹ ਵੀ ਇਹਨਾਂ ਆਟਿਆਂ ਦੀ ਵਰਤੋਂ ਕਰਨਾ ਚਾਹੁੰਦੇ ਹਨ ਤਾਂ ਉਹਨਾਂ ਨੂੰ ਨਾਲ ਘਿਓ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ ਤਾਂ ਕਿ ਉਹਨਾਂ ਦੇ ਵਿੱਚ weight loss ਨਾ ਹੋਵੇ, ਸਗੋਂ weight gain ਹੋਵੇ ਤੇ ਮੇਨਟੇਨ ਹੋਵੇ। ਇਸ ਤੋਂ ਬਾਅਦ ਅਗਲਾ ਜਿਹੜਾ ਆਟਾ ਅਸੀਂ ਵਰਤ ਸਕਦੇ ਹਾਂ ਉਹ ਹੈ ਵੇਸਣ। ਵੇਸਣ ਸਾਡੇ ਘਰ ਆਮ ਹੀ ਹੁੰਦਾ ਹੈ ਤੇ ਕਦੀ-ਕਦੀ ਅਸੀਂ ਵੇਸਣ ਦੀ ਵਰਤੋਂ ਵੀ ਕਰ ਸਕਦੇ ਹਾਂ। ਜੇ ਤੁਸੀਂ ਵੇਸਣ ਤੋਂ ਵੀ ਜ਼ਿਆਦਾ ਚੰਗੀ ਕੋਈ ਚੀਜ਼ ਪਾਉਣਾ ਚਾਹੁੰਦੇ ਹੋ, ਉਹ ਹੈ ਭੁੰਨੇ ਛੋਲੇ। ਇਹਨਾਂ ਨੂੰ ਪੀਸ ਲਓ ਤੇ ਭੁੰਨੇ ਹੋਏ ਛੋਲਿਆਂ ਦਾ ਜਿਹੜਾ ਆਟਾ ਹੈ ਜੇ ਇਹ ਤੁਸੀਂ ਮਿਕਸ ਕਰਦੇ ਹੋ ਤਾਂ ਇਹ ਹੋਰ ਵੀ ਜ਼ਿਆਦਾ ਫਾਇਦਾ ਕਰਦਾ ਹੈ, ਕਿਉਂਕਿ ਇਹ ਥੋੜਾ ਰੁੱਖਾ ਹੁੰਦਾ ਹੈ ਪਰ ਇਹ ਉਹਨਾਂ ਲਈ ਜ਼ਿਆਦਾ ਚੰਗਾ ਹੈ ਜਿਹੜੇ weight ਘਟਾਉਣਾ ਚਾਹੁੰਦੇ ਹਨ ਤੇ ਜਿਨ੍ਹਾਂ ਦੇ ਜਿਹੜੇ ਰੋਗਾਂ ਦਾ ਕਾਰਨ ਹੈ ਉਹ ਜ਼ਿਆਦਾ weight ਹੈ, ਤਾਂ ਤੁਸੀਂ ਉੱਥੇ ਭੁੰਨੇ ਛੋਲਿਆਂ ਦਾ ਆਟਾ ਵਰਤੋਂ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਇੱਕ ਹੋਰ ਆਟਾ ਜਿਹੜਾ ਹੈ ਉਹ ਵਰਤੋਂ ਕਰ ਸਕਦੇ ਹੋ, ਉਹ ਹੈ ਮੂੰਗੀ ਦੀ ਦਾਲ ਦਾ ਆਟਾ। ਮੂੰਗੀ ਦੀ ਦਾਲ ਜਿਹੜੀ ਹੈ ਛਿਲਕੇ ਵਾਲੀ ਲੈਣੀ ਚਾਹੀਦੀ ਹੈ, ਇਹ ਵੀ ਤਾਸੀਰ ਵਿੱਚ ਠੰਡੀ ਹੁੰਦੀ ਹੈ ਤੇ ਰੋਜ਼ਾਨਾ ਜੇ ਅਸੀਂ ਇਸ ਦੀ ਵਰਤੋਂ ਕਰਦੇ ਹਾਂ ਤਾਂ ਬਹੁਤ ਫਾਇਦਾ ਕਰਦੀ ਹੈ। ਹੁਣ ਅਸੀਂ ਗੱਲ ਕਰਦੇ ਹਾਂ ਮਲਟੀਗ੍ਰੇਨ ਆਟੇ ਦੀ। ਕੀ ਸਾਨੂੰ ਮਲਟੀਗ੍ਰੇਨ ਆਟਾ ਵਰਤਣਾ ਚਾਹੀਦਾ ਹੈ? ਤਾਂ ਇਸ ਦਾ ਉੱਤਰ ਹੈ ਨਹੀਂ। ਸਾਨੂੰ ਹਮੇਸ਼ਾ ਹੀ ਅਲੱਗ-ਅਲੱਗ ਤਰ੍ਹਾਂ ਦੇ ਆਟੇ ਦੀ ਰੋਟੀ ਖਾਣੀ ਚਾਹੀਦੀ ਹੈ। ਸਾਰੇ ਆਟਿਆਂ ਨੂੰ ਇੱਕੋ ਨਾਲ ਨਾ ਰਲਾਓ। ਇਹ ਕਰ ਸਕਦੇ ਹੋ ਕਿ ਕਣਕ ਦੇ ਆਟੇ ਵਿੱਚ ਕਿਸੇ ਹੋਰ ਆਟੇ ਦੀ ਮੁੱਠੀ ਰਲਾ ਲਓ ਜਾਂ ਦੋਨਾਂ ਨੂੰ ਮਿਕਸ ਕਰਕੇ ਬਣਾ ਲਓ, ਕਿਉਂਕਿ ਕਣਕ ਦੇ ਆਟੇ ਤੋਂ ਸਾਡੀ ਜਿਹੜੀ ਗੱਠ ਹੈ ਉਹ ਬਹੁਤ ਸਮੇਂ ਤੋਂ ਆਦੀ ਹੈ। ਜੇ ਤੁਸੀਂ ਚਾਹੋ ਤਾਂ ਸਿੰਗਲ ਆਟਾ ਖਾਓ, ਉਹ ਬਹੁਤ ਫਾਇਦਾ ਕਰਦਾ ਹੈ ਤੇ ਵੱਧ ਤੋਂ ਵੱਧ ਤੁਸੀਂ 2 ਆਟੇ ਰਲਾ ਲਓ, ਪਰ ਕਦੀ ਵੀ 4 ਤੋਂ 5 ਆਟੇ ਇੱਕੋ ਨਾਲ ਰਲਾ ਕੇ ਨਾ ਖਾਓ। ਇਸ ਦੇ ਨਾਲ ਪੇਟ ਦੇ ਰੋਗ ਹੋਰ ਹੋ ਜਾਂਦੇ ਹਨ, ਜਿਵੇਂ ਕਿ ਗੈਸ, ਬਲੋਟਿੰਗ ਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਦਾ ਤੁਹਾਨੂੰ ਪਤਾ ਵੀ ਨਹੀਂ ਲੱਗਦਾ ਕਿ ਇਹ ਕਿਸ ਕਾਰਨ ਕਰਕੇ ਹੋ ਰਹੀਆਂ ਹਨ। ਜਦੋਂ ਅਸੀਂ ਕੱਲੇ-ਕੱਲੇ ਅਨਾਜ ਦੀ ਵਰਤੋਂ ਕਰਦੇ ਹਾਂ ਤਾਂ ਸਾਨੂੰ ਇਹ ਵੀ ਸਮਝ ਆਉਂਦਾ ਹੈ ਕਿ ਇਸ ਅਨਾਜ ਨੂੰ ਖਾਣ ਤੋਂ ਬਾਅਦ ਸਾਡੇ ਪੇਟ ਵਿੱਚ ਕਿਸੇ ਤਰ੍ਹਾਂ ਦੀ ਸਮੱਸਿਆ ਹੋਈ ਤੇ ਉਹ ਸਾਨੂੰ ਨਹੀਂ ਪਚਦਾ, ਅਸੀਂ ਉਸ ਨੂੰ ਅਲੱਗ ਵੀ ਕਰ ਸਕਦੇ ਹਾਂ। ਤਾਂ ਇਸ ਕਰਕੇ ਕਦੀ ਵੀ ਸਾਨੂੰ ਇਕੱਠੇ ਮਿਕਸ ਕਰਕੇ ਆਟੇ ਨਹੀਂ ਖਾਣੇ ਚਾਹੀਦੇ। ਸੋ ਸਾਡੀ ਜਿਹੜੀ ਆਟੇ ਦੀ ਲਿਸਟ ਹੈ ਗਰਮੀ ਦੀ ਰੁੱਤ ਲਈ, ਉਹ ਹੈ ਕਣਕ ਦਾ ਆਟਾ, ਜੌਂ ਦਾ ਆਟਾ, ਜਵਾਰ ਦਾ ਆਟਾ, ਵੇਸਣ ਜਾਂ ਭੁੰਨੇ ਛੋਲਿਆਂ ਦਾ ਆਟਾ ਜਾਂ ਮੂੰਗੀ ਦੀ ਦਾਲ ਦਾ ਆਟਾ। ਮਿਲਟਸ ਦੇ ਵਿੱਚੋਂ ਕੋਦਰੇ ਦੇ ਆਟੇ ਦੀ ਵਰਤੋਂ ਵੀ ਅਸੀਂ ਗਰਮੀਆਂ ਦੇ ਵਿੱਚ ਕਰ ਸਕਦੇ ਹਾਂ। ਤੇ ਰਾਗੀ ਬਾਰੇ ਬਹੁਤ ਸਾਰੇ ਲੋਕ ਪੁੱਛਦੇ ਹਨ, ਪਰ ਰਾਗੀ ਦੀ ਤਾਸੀਰ ਗਰਮ ਹੁੰਦੀ ਹੈ, ਇਸ ਕਰਕੇ ਇਸ ਨੂੰ ਸਰਦੀਆਂ ਦੇ ਵਿੱਚ ਵਰਤਣਾ ਜ਼ਿਆਦਾ ਫਾਇਦੇਮੰਦ ਹੈ। ਹੁਣ ਅਸੀਂ ਅੱਗੇ ਗੱਲ ਕਰਾਂਗੇ ਸਬਜ਼ੀਆਂ ਦੇ ਬਾਰੇ ਵਿੱਚ। ਸਬਜ਼ੀਆਂ ਜਿਹੜੀਆਂ ਸਾਡੇ ਕੋਲ ਆਉਂਦੀਆਂ ਹਨ ਇਹ ਵੀ ਰੁੱਤ ਦੇ ਅਨੁਸਾਰ ਆਉਂਦੀਆਂ ਹਨ ਤੇ ਸਾਨੂੰ ਇਹਨਾਂ ਦੀ ਵਰਤੋਂ ਰੁੱਤ ਅਨੁਸਾਰ ਹੀ ਕਰਨੀ ਚਾਹੀਦੀ ਹੈ। ਸਰੀਰ ਨੂੰ ਠੰਡਾ ਰੱਖਣਾ ਚਾਹੁੰਦੇ ਹਾਂ ਤਾਂ ਗਰਮੀ ਰੁੱਤ ਦੀਆਂ ਸਬਜ਼ੀਆਂ ਦੀ ਹੀ ਵਰਤੋਂ ਕਰੋ, ਜਿਵੇਂ ਕਿ ਭਿੰਡੀ, ਤੋਰੀ, ਕੱਦੂ, ਪੇਠਾ, ਕਰੇਲਾ। ਇਹ ਸਭ ਸਬਜ਼ੀਆਂ ਜਿਹੜੀਆਂ ਗਰਮੀਆਂ ਵਿੱਚ ਮਿਲਦੀਆਂ ਹਨ ਉਹ ਸਭ ਸਰੀਰ ਨੂੰ ਤਰੋ-ਤਾਜ਼ਾ ਤੇ ਠੰਡਾ ਰੱਖਦੀਆਂ ਹਨ। ਕੋਸ਼ਿਸ਼ ਕਰੋ ਕਿ ਰਾਤ ਦੀ ਜਿਹੜੀ ਰੋਟੀ ਹੈ, ਰਾਤ ਦੇ ਭੋਜਨ ਵਿੱਚ ਤੁਸੀਂ ਹਮੇਸ਼ਾ ਸਬਜ਼ੀ ਦੀ ਵਰਤੋਂ ਕਰੋ। ਦਾਲਾਂ ਦੀ ਵਰਤੋਂ ਘੱਟ ਕਰੋ, ਦਾਲਾਂ ਨਾ ਖਾਓ, ਕਿਉਂਕਿ ਇਸ ਦੇ ਨਾਲ ਅੱਗੇ ਚੱਲ ਕੇ ਹੌਲੀ-ਹੌਲੀ ਜੋੜਾਂ ਦਾ ਦਰਦ ਤੇ ਹੋਰ ਸਮੱਸਿਆਵਾਂ ਸ਼ੁਰੂ ਹੋ ਸਕਦੀਆਂ ਹਨ। ਜਿਹੜੀਆਂ ਦਾਲਾਂ ਹਨ, ਛੋਲੇ ਹਨ ਜਾਂ ਪਨੀਰ ਹੈ, ਇਸ ਤਰ੍ਹਾਂ ਦੀ ਜਿਹੜੀ ਭਾਰੀ ਸਬਜ਼ੀਆਂ ਹਨ, ਕੁਝ ਵੇਸਣ ਤੋਂ ਬਣਾਉਂਦੇ ਹੋ, ਕੜੀ ਹੈ, ਇਹ ਸਭ ਜੇ ਤੁਸੀਂ ਬਣਾਉਣਾ ਚਾਹੁੰਦੇ ਹੋ ਤਾਂ ਇਸ ਦੀ ਵਰਤੋਂ ਸਾਨੂੰ ਦੁਪਹਿਰ ਵੇਲੇ ਜਾਂ ਫਿਰ ਸਵੇਰ ਦੇ ਭੋਜਨ ਵਿੱਚ ਕਰਨੀ ਚਾਹੀਦੀ ਹੈ। ਭਾਵੇਂ ਕਿ ਅੱਜ ਦੇ ਸਮੇਂ ਵਿੱਚ ਸਾਨੂੰ ਹਰ ਤਰ੍ਹਾਂ ਦੀ ਸਬਜ਼ੀ ਜਿਹੜੀ ਹੈ ਉਹ ਮਿਲ ਜਾਂਦੀ ਹੈ, ਪਰ ਅਸੀਂ ਜਾਣਦੇ ਹਾਂ ਕਿ ਕੁਦਰਤ ਇਸ ਮੌਸਮ ਵਿੱਚ ਕੀ ਪੈਦਾ ਕਰ ਸਕਦੀ ਹੈ। ਜੇ ਅਸੀਂ ਮੌਸਮ ਅਨੁਸਾਰ ਸਬਜ਼ੀਆਂ ਤੇ ਫਲ ਲੈਂਦੇ ਹਾਂ, ਉਹਨਾਂ ਦਾ ਜਿਹੜਾ ਨਿਊਟ੍ਰੀਸ਼ਨਲ ਵੈਲਿਊ ਹੈ ਉਹ ਬਹੁਤ ਜ਼ਿਆਦਾ ਹੁੰਦੀ ਹੈ। ਗੱਲ ਸਿਰਫ ਨਿਊਟ੍ਰੀਸ਼ਨ ਦੀ ਨਹੀਂ ਹੈ, ਸਾਡੇ ਸਰੀਰ ਦੀ ਲੋੜ ਦੀ ਵੀ ਹੈ, ਕਿਉਂਕਿ ਗਰਮੀ ਦੀ ਰੁੱਤ ਹੈ, ਅਸੀਂ ਸਰੀਰ ਨੂੰ ਠੰਡਾ ਰੱਖਣਾ ਹੈ ਤਾਂ ਗਰਮੀ ਰੁੱਤ ਦੀਆਂ ਸਬਜ਼ੀਆਂ ਤੇ ਫਲ ਹੀ ਸਰੀਰ ਨੂੰ ਠੰਡਾ ਰੱਖ ਸਕਦੇ ਹਨ। ਕਿਉਂਕਿ ਜੇ ਗਰਮੈਸ਼ ਪੈ ਜਾਂਦੀ ਹੈ, ਪਿੱਤ ਦੋਸ਼ ਵੱਧ ਜਾਂਦਾ ਹੈ, ਉਸ ਦੇ ਰੋਗ ਵੀ ਬਹੁਤ ਭਿਅੰਕਰ ਹਨ, ਜਿਨ੍ਹਾਂ ਨੂੰ ਕਾਬੂ ਕਰਨਾ ਬਾਅਦ ਵਿੱਚ ਬਹੁਤ ਔਖਾ ਹੋ ਜਾਂਦਾ ਹੈ। ਇਸ ਕਰਕੇ ਫਲ ਤੇ ਸਬਜ਼ੀਆਂ ਹਮੇਸ਼ਾ ਰੁੱਤ ਦੇ ਅਨੁਸਾਰ ਹੀ ਵਰਤੋ। ਅੱਜਕੱਲ ਦੇ ਮੌਸਮ ਅਨੁਸਾਰ ਸਾਨੂੰ ਖੀਰਾ, ਤਰਾਂ, ਤਰਬੂਜ, ਖਰਬੂਜੇ ਇਸ ਤਰ੍ਹਾਂ ਦੇ ਠੰਡੇ ਫਲਾਂ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ। ਤੇ ਇਹ ਜਿੰਨੇ ਵੀ ਫਲ ਹਨ, ਇਹਨਾਂ ਨਾਲ ਦੁੱਧ, ਦਹੀਂ, ਲੱਸੀ ਇਸ ਤਰ੍ਹਾਂ ਦੀ ਚੀਜ਼ ਦੀ ਵਰਤੋਂ ਨਾ ਕਰੋ। ਤੇ ਭੋਜਨ ਜਿਹੜਾ ਹੈ ਉਸ ਤੋਂ ਜਾਂ ਤਾਂ ਤੁਸੀਂ 1 ਘੰਟਾ ਪਹਿਲਾਂ ਇਹਨਾਂ ਫਲਾਂ ਨੂੰ ਲੈ ਲਓ ਜਾਂ ਫਿਰ 1-1.5 ਘੰਟਾ ਬਾਅਦ ਵਿੱਚ ਲਓ। ਕਦੀ ਵੀ ਭੋਜਨ ਦੇ ਨਾਲ ਇਹਨਾਂ ਫਲਾਂ ਨੂੰ ਮਿਕਸ ਨਾ ਕਰੋ।
ਅਗਲੀ ਚੀਜ਼ ਅਸੀਂ ਘਿਓ ਜਾਂ ਤੇਲ ਬਾਰੇ ਗੱਲ ਕਰਾਂਗੇ ਕਿ ਸਬਜ਼ੀਆਂ ਨੂੰ ਪਕਾਉਣਾ ਕਿਸ ਵਿੱਚ ਹੈ। ਤਾਂ ਘਿਓ ਦੀ ਤਾਸੀਰ ਜਿਹੜੀ ਹੈ ਉਹ ਠੰਡੀ ਹੁੰਦੀ ਹੈ, ਮੱਖਣ ਦੀ ਤਾਸੀਰ ਠੰਡੀ ਹੁੰਦੀ ਹੈ। ਤੁਸੀਂ ਘਿਓ ਤੇ ਮੱਖਣ ਦੀ ਵਰਤੋਂ ਕਰ ਸਕਦੇ ਹੋ। ਸਰੋਂ ਦਾ ਤੇਲ ਜਿਹੜਾ ਹੈ ਉਹ ਗਰਮ ਹੁੰਦਾ ਹੈ, ਇਸ ਕਰਕੇ ਜਿਨ੍ਹਾਂ ਨੂੰ ਜ਼ਿਆਦਾ ਤੇਜ਼ਾਬ ਹੈ ਜਾਂ ਜ਼ਿਆਦਾ ਪਿੱਤ ਸੰਬੰਧੀ ਸਮੱਸਿਆਵਾਂ ਹਨ ਉਹ ਸਰੋਂ ਦੇ ਤੇਲ ਦੀ ਵਰਤੋਂ ਥੋੜਾ ਜਿਹਾ ਸੰਭਲ ਕੇ ਜਾਂ ਥੋੜਾ ਘੱਟ ਕਰਨ, ਜਾਂ ਫਿਰ ਤੁਸੀਂ 3 ਸਮੇਂ ਦੇ ਭੋਜਨ ਵਿੱਚੋਂ 1 ਸਮੇਂ ਸਰੋਂ ਦਾ ਤੇਲ ਵਰਤੋਂ ਕਰ ਸਕਦੇ ਹੋ, 2 ਸਮੇਂ ਦੇਸੀ ਘਿਓ ਦੀ ਵਰਤੋਂ ਕਰ ਸਕਦੇ ਹੋ, ਜਾਂ ਫਿਰ ਬਹੁਤ ਹੀ ਥੋੜੇ ਤੇਲ ਵਿੱਚ ਤੜਕਾ ਲਗਾਓ ਤੇ ਬਾਅਦ ਵਿੱਚ ਸਬਜ਼ੀ ਦੇ ਵਿੱਚ ਥੋੜੀ ਜਿਹੀ ਮੱਖਣੀ ਪਾ ਕੇ ਲੈ ਸਕਦੇ ਹੋ। ਗਰਮੀ ਦੀ ਰੁੱਤ ਵਿੱਚ ਵੀ ਜਿਹੜੇ ਲੋਕ ਭਾਰ ਵਧਾਉਣਾ ਚਾਹੁੰਦੇ ਹਨ ਜਾਂ ਫਿਰ ਜਿਨ੍ਹਾਂ ਨੂੰ ਲੋੜ ਤੋਂ ਜ਼ਿਆਦਾ ਗਰਮੀ ਹੈ ਤੇ ਗਰਮੈਸ਼ ਸੰਬੰਧੀ ਬਹੁਤ ਜ਼ਿਆਦਾ ਸਮੱਸਿਆਵਾਂ ਹਨ, ਉਹ ਮਿਸ਼ਰੀ ਦੇ ਪਾਊਡਰ ਨੂੰ ਮੱਖਣ ਦੇ ਵਿੱਚ ਰਲਾ ਕੇ ਉਸ ਦੇ ਨਾਲ ਵੀ ਰੋਟੀ ਖਾ ਸਕਦੇ ਹਨ। ਇਹ ਤਾਸੀਰ ਵਿੱਚ ਬਹੁਤ ਹੀ ਜ਼ਿਆਦਾ ਠੰਡੀ ਰੋਟੀ ਹੈ, ਇਸ ਦੇ ਨਾਲ ਕਿਸੇ ਸਬਜ਼ੀ ਦੀ ਜ਼ਰੂਰਤ ਨਹੀਂ ਹੈ ਤੇ ਇਸ ਨੂੰ ਬੱਚਿਆਂ ਨੂੰ ਵੀ ਜੇ ਅਸੀਂ ਦਿੰਦੇ ਹਾਂ ਤਾਂ ਉਹਨਾਂ ਲਈ ਇਹ ਬਹੁਤ ਹੀ ਹੈਲਦੀ ਹੈ। ਇਸ ਤੋਂ ਇਲਾਵਾ ਤੁਸੀਂ ਧਨੀਏ ਤੇ ਪੁਦੀਨੇ ਦੀ ਚਟਨੀ ਜਿਹੜੀ ਹੈ ਉਹ ਰਗੜ ਸਕਦੇ ਹੋ, ਇਹ ਵੀ ਠੰਡੀ ਹੁੰਦੀ ਹੈ। ਇਸ ਦੇ ਨਾਲ ਤੁਸੀਂ ਮੱਖਣੀ ਲੈ ਕੇ ਰੋਟੀ ਖਾ ਸਕਦੇ ਹੋ ਤਾਂ ਇਹ ਵੀ ਤਾਸੀਰ ਵਿੱਚ ਬਹੁਤ ਹੀ ਠੰਡਾ ਭੋਜਨ ਹੋ ਜਾਂਦਾ ਹੈ। ਗਰਮੀ ਰੁੱਤ ਵਿੱਚ ਮਿੱਠੇ ਦੀ ਲੋੜ ਸਾਨੂੰ ਬਹੁਤ ਜ਼ਿਆਦਾ ਪੈਂਦੀ ਹੈ ਕਿਉਂਕਿ ਸੂਰਜ ਦੀ ਗਰਮੀ ਕਰਕੇ ਜਿਹੜਾ ਸਰੀਰ ਹੈ ਇਸ ਦੀ ਕਫ ਸੁੱਕਦੀ ਹੈ ਤੇ ਅੰਦਰ ਰੁੱਖਾਪਨ ਆਉਂਦਾ ਹੈ। ਉਸ ਨੂੰ ਭਰਨ ਲਈ ਪਾਣੀ ਦੀ ਲੋੜ, ਮਿੱਠੇ ਦੀ ਲੋੜ ਜ਼ਿਆਦਾ ਪੈਂਦੀ ਹੈ। ਇਸ ਕਰਕੇ ਤੁਸੀਂ ਜਿਹੜੇ ਡਰਿੰਕਸ ਹਨ ਉਹ ਵੱਧ ਤੋਂ ਵੱਧ ਆਪਣੇ ਸ਼ਾਮਿਲ ਕਰ ਸਕਦੇ ਹੋ, ਜਿਵੇਂ ਕਿ ਨਿੰਬੂ ਪਾਣੀ ਹੋ ਗਿਆ, ਕੱਚੀ ਲੱਸੀ ਹੋ ਗਈ, ਦਹੀਂ ਦੀ ਲੱਸੀ ਹੋ ਗਈ, ਗੂੰਦ ਗਤੀਰਾ ਹੋ ਗਿਆ। ਤਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਹਨ ਇਹ ਸਰੀਰ ਨੂੰ ਠੰਡਾ ਰੱਖਦੀਆਂ ਹਨ। ਇਸ ਤੋਂ ਇਲਾਵਾ ਜੇ ਅਸੀਂ ਮਸਾਲਿਆਂ ਦੀ ਗੱਲ ਕਰੀਏ ਤਾਂ ਮਸਾਲਿਆਂ ਦੇ ਵਿੱਚ ਹਰੀ ਇਲਾਇਚੀ, ਮੁਲੱਠੀ, ਸੌਂਫ, ਇਹ ਅਸੀਂ ਚਾਹ ਜਾਂ ਦੁੱਧ ਲਈ ਇਸਤੇਮਾਲ ਕਰ ਸਕਦੇ ਹਾਂ। ਤੇ ਗਰਮ ਮਸਾਲੇ ਜੇ ਅਸੀਂ ਸਬਜ਼ੀ ਦੀ ਗੱਲ ਕਰੀਏ ਤਾਂ ਜੀਰਾ ਤੇ ਧਨੀਆ ਬਹੁਤ ਹੈ। ਤੁਸੀਂ ਮਿਰਚ ਦੀ ਜਗ੍ਹਾ ਹਰੀ ਮਿਰਚ ਦੀ ਵਰਤੋਂ ਕਰੋ ਤਾਂ ਜ਼ਿਆਦਾ ਚੰਗਾ ਹੈ। ਸੈਂਧਾ ਨਮਕ ਦੀ ਅਸੀਂ ਵਰਤੋਂ ਕਰ ਸਕਦੇ ਹਾਂ। ਇਸ ਤੋਂ ਇਲਾਵਾ ਅਸੀਂ ਜੇ ਹੋਰ ਮਸਾਲਿਆਂ ਦੀ ਵਰਤੋਂ ਕਰਨਾ ਚਾਹੀਏ ਤਾਂ ਅਸੀਂ ਲੌਂਗ ਤੇ ਤੇਜ ਪੱਤੇ ਦੀ ਵਰਤੋਂ ਕਰ ਸਕਦੇ ਹਾਂ ਕਿਉਂਕਿ ਇਹ ਹਲਕੇ ਹੀ ਗਰਮ ਹੁੰਦੇ ਹਨ, ਬਹੁਤ ਜ਼ਿਆਦਾ ਗਰਮ ਨਹੀਂ ਹੁੰਦੇ। ਇਸ ਕਰਕੇ ਥੋੜੀ ਮਾਤਰਾ ਵਿੱਚ ਇਹਨਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਤੇ ਕਦੀ ਬਹੁਤੀ ਜ਼ਰੂਰਤ ਹੋਵੇ, ਕਿਸੇ ਨੂੰ ਖਾਂਸੀ ਜ਼ੁਕਾਮ ਹੋਵੇ ਤਾਂ ਕਿਸੇ ਖਾਸ ਕਾਰਨ ਕਰਕੇ ਅਸੀਂ ਸੁੰਡ ਦੀ ਵਰਤੋਂ ਕਰ ਸਕਦੇ ਹਾਂ ਕਿਉਂਕਿ ਅਦਰਕ ਦੀ ਤਾਸੀਰ ਬਹੁਤ ਗਰਮ ਹੁੰਦੀ ਹੈ, ਉਸ ਨੂੰ ਗਰਮੀ ਵਿੱਚ ਨਹੀਂ ਵਰਤਿਆ ਜਾ ਸਕਦਾ ਤੇ ਸੁੰਡ ਨੂੰ ਵੀ ਬਹੁਤ ਹੀ ਥੋੜਾ ਲੋੜ ਪੈਣ ਤੇ ਹੀ ਵਰਤਣਾ ਹੈ। ਗਰਮੀ ਰੁੱਤ ਵਿੱਚ ਸਰੀਰ ਨੂੰ ਠੰਡਾ ਰੱਖਣ ਦੇ ਲਈ ਅਸੀਂ ਸੱਤੂਆਂ ਦੀ ਵਰਤੋਂ ਵੀ ਕਰ ਸਕਦੇ ਹਾਂ, ਜਿਵੇਂ ਕਿ ਜੌਂ ਦਾ ਸੱਤੂ ਹੋ ਗਿਆ, ਭੁੰਨੇ ਛੋਲਿਆਂ ਦਾ ਸੱਤੂ ਹੋ ਗਿਆ। ਇਹਨਾਂ ਦੀ ਵਰਤੋਂ ਵੀ ਬਹੁਤ ਜ਼ਿਆਦਾ ਫਾਇਦਾ ਕਰਦੀ ਹੈ। ਜੇ ਅਸੀਂ ਮਿੱਠੇ ਨੂੰ ਲੈ ਕੇ ਚੱਲੀਏ ਤਾਂ ਉਹਦੇ ਵਿੱਚ ਮਿਸ਼ਰੀ ਦਾ ਪਾਊਡਰ ਤੇ ਸ਼ੱਕਰ, ਇਹ ਦੋਨੋਂ ਬੂਰਾ ਖੰਡ ਹੋ ਗਈ ਜਿਹੜੀ ਦੇਸੀ ਖੰਡ ਹੁੰਦੀ ਹੈ, ਇਸ ਦੀ ਵਰਤੋਂ ਕਰੀਏ ਤਾਂ ਬਹੁਤ ਹੀ ਜ਼ਿਆਦਾ ਵਧੀਆ ਰਹਿੰਦਾ ਹੈ। ਗਰਮੀਆਂ ਦੇ ਵਿੱਚ ਦੁੱਧ ਦਾ ਸੇਵਨ ਵੀ ਬਹੁਤ ਫਾਇਦੇਮੰਦ ਹੈ ਕਿਉਂਕਿ ਦੁੱਧ ਦੀ ਤਾਸੀਰ ਜਿਹੜੀ ਹੈ ਉਹ ਠੰਡੀ ਹੁੰਦੀ ਹੈ ਤੇ ਜੇ ਇਸ ਨੂੰ ਮਿੱਠਾ ਕਰਨ ਦੇ ਲਈ ਅਸੀਂ ਧਾਗੇ ਵਾਲੀ ਮਿਸ਼ਰੀ ਇਸ ਦੇ ਅੰਦਰ ਰਲਾ ਲਈਏ ਤਾਂ ਇਹ ਹੋਰ ਵੀ ਜ਼ਿਆਦਾ ਫਾਇਦੇਮੰਦ ਹੋ ਜਾਂਦਾ ਹੈ ਤੇ ਸਰੀਰ ਵਿੱਚ ਕਿੰਨੀ ਵੀ ਗਰਮੀ ਹੋਵੇ, ਪਿਸ਼ਾਬ ਸੰਬੰਧੀ ਸਮੱਸਿਆਵਾਂ ਹੋਣ, ਉਹਦੇ ਤੋਂ ਰਾਹਤ ਦਿਵਾਉਂਦਾ ਹੈ। ਪਰ ਫਿਰ ਵੀ ਡਾਇਬਟੀਜ਼ ਦੇ ਜਿਹੜੇ ਰੋਗੀ ਹਨ ਉਹਨਾਂ ਨੇ ਖਾਸ ਖਿਆਲ ਰੱਖਣਾ ਹੈ ਕਿ ਉਹ ਕਿਸੇ ਵੀ ਤਰ੍ਹਾਂ ਦਾ ਮਿੱਠਾ ਗਰਮੀਆਂ ਦੇ ਵਿੱਚ ਵੀ ਇਸ ਤਰ੍ਹਾਂ ਦਾ ਨਹੀਂ ਲੈ ਸਕਦੇ, ਪਰ ਕੁਦਰਤੀ ਫਲਾਂ ਦੀ ਵਰਤੋਂ ਕੁਝ ਮਾਤਰਾ ਦੇ ਵਿੱਚ ਕਰ ਸਕਦੇ ਹਨ। ਜਿਹੜੇ ਲੋਕ ਸ਼ਰਾਬ ਦਾ ਸੇਵਨ ਕਰਦੇ ਹਨ ਉਹਨਾਂ ਲਈ ਨਿਯਮ ਇਹ ਹੈ ਕਿ ਤੁਹਾਨੂੰ ਗਰਮੀ ਦੀ ਰੁੱਤ ਵਿੱਚ ਇਸ ਦੀ ਮਾਤਰਾ ਬਹੁਤ ਹੀ ਜ਼ਿਆਦਾ ਘਟਾ ਦੇਣੀ ਚਾਹੀਦੀ ਹੈ ਤੇ ਬਹੁਤ ਘੱਟ ਮਾਤਰਾ ਵਿੱਚ ਵੀ ਉਹਨਾਂ ਨੂੰ ਹੀ ਲੈਣਾ ਚਾਹੀਦਾ ਹੈ ਜਿਨ੍ਹਾਂ ਨੂੰ ਇਸ ਦਾ ਅਭਿਆਸ ਹੈ ਤੇ ਜਿਹੜੇ ਬਹੁਤ ਹੀ ਓਕੇਜਨਲੀ ਕਦੀ-ਕਦੀ ਲੈਂਦੇ ਹਨ ਉਹਨਾਂ ਨੂੰ ਗਰਮੀ ਰੁੱਤ ਵਿੱਚ ਇਸ ਤੋਂ ਬਿਲਕੁਲ ਪਰਹੇਜ਼ ਕਰਨਾ ਚਾਹੀਦਾ ਹੈ। ਗਰਮੀ ਦੀ ਰੁੱਤ ਦੇ ਵਿੱਚ ਅਸੀਂ ਸਰੀਰ ਨੂੰ ਠੰਡਾ ਰੱਖਣ ਦੇ ਲਈ 2 ਵਾਰੀ ਇਸ਼ਨਾਨ ਕਰ ਸਕਦੇ ਹਾਂ। ਇੱਕ ਤਾਂ ਸਵੇਰ ਦੇ ਭੋਜਨ ਤੋਂ ਪਹਿਲਾਂ ਤੇ ਦੂਸਰਾ ਹੈ ਰਾਤ ਦੇ ਭੋਜਨ ਤੋਂ ਪਹਿਲਾਂ। ਭੋਜਨ ਕਰਨ ਤੋਂ ਬਾਅਦ ਸਾਨੂੰ ਕਦੀ ਵੀ ਇਸ਼ਨਾਨ ਨਹੀਂ ਕਰਨਾ ਚਾਹੀਦਾ। ਇਸ ਦੇ ਨਾਲ ਸਾਡੀ ਪਾਚਨ ਕਿਰਿਆ ਦੇ ਉੱਪਰ ਬਹੁਤ ਅਸਰ ਪੈਂਦਾ ਹੈ ਤੇ ਪਾਚਨ ਸੰਬੰਧੀ ਰੋਗ ਹੋ ਸਕਦੇ ਹਨ। ਗਰਮੀ ਦੀ ਰੁੱਤ ਦੇ ਵਿੱਚ ਸਾਨੂੰ ਧੁੱਪ ਤੋਂ ਆਪਣੇ ਸਰੀਰ ਨੂੰ ਬਚਾ ਕੇ ਰੱਖਣਾ ਚਾਹੀਦਾ ਹੈ ਤੇ ਜੇ ਅਸੀਂ ਧੁੱਪ ਲੈਣਾ ਚਾਹੁੰਦੇ ਹਾਂ ਕਿਉਂਕਿ ਜਿਵੇਂ ਕਿ ਅੱਜਕੱਲ ਵਿਟਾਮਿਨ ਡੀ ਦੀ ਕਮੀ ਵੀ ਸਾਨੂੰ ਬਹੁਤ ਦੇਖਣ ਨੂੰ ਮਿਲਦੀ ਹੈ ਤਾਂ ਬਿਲਕੁਲ ਸਵੇਰ ਦਾ ਜਿਹੜਾ ਚੜ੍ਹਦਾ ਸੂਰਜ ਹੈ ਉਸ ਨੂੰ ਅਸੀਂ 10 ਮਿੰਟ ਦੇਖਣਾ ਹੈ ਤੇ ਜਿਹੜਾ ਸ਼ਾਮ ਦਾ ਢਲਦਾ ਸੂਰਜ ਹੈ ਉਸ ਨੂੰ ਅਸੀਂ 10 ਮਿੰਟ ਦੇਖ ਸਕਦੇ ਹਾਂ ਤੇ ਉਸ ਵੇਲੇ ਅਸੀਂ ਜਿੰਨੇ ਘੱਟ ਕੱਪੜੇ ਪਾਏ ਹੋਣਗੇ ਉਨਾ ਜ਼ਿਆਦਾ ਵਿਟਾਮਿਨ ਡੀ ਦੀ ਜਿਹੜੀ ਐਬਜ਼ੌਰਪਸ਼ਨ ਹੈ ਉਹ ਬਾਡੀ ਦੇ ਵਿੱਚ ਹੁੰਦੀ ਹੈ ਤੇ ਇਹ ਬਹੁਤ ਹੀ ਫਾਇਦਾ ਕਰਦੀ ਹੈ। ਇਹ ਬਹੁਤ ਸਾਰੇ ਰੋਗਾਂ ਤੋਂ ਸਾਨੂੰ ਬਚਾਉਂਦੀ ਹੈ। ਗਰਮੀ ਦੀ ਰੁੱਤ ਦੇ ਵਿੱਚ ਜੇ ਅਸੀਂ ਵਿਆਮ ਜਾਂ ਕਸਰਤ ਦੀ ਗੱਲ ਕਰੀਏ ਤਾਂ ਉਹਦੇ ਬਾਰੇ ਹੈ ਕਿ ਬਹੁਤ ਹੀ ਸਾਨੂੰ ਥੋੜਾ ਕਰਨਾ ਚਾਹੀਦਾ ਹੈ ਕਿਉਂਕਿ ਇਸ ਰੁੱਤ ਵਿੱਚ ਸਾਨੂੰ ਬਹੁਤ ਜਲਦੀ ਪਸੀਨਾ ਆ ਜਾਂਦਾ ਹੈ ਤੇ ਜੇ ਅਸੀਂ ਲੋੜ ਤੋਂ ਜ਼ਿਆਦਾ ਕਸਰਤ ਜਾਂ ਵਿਆਮ ਕਰਾਂਗੇ ਤਾਂ ਉਹਦੇ ਨਾਲ ਵੀ ਸਾਡਾ ਸਰੀਰ ਕਮਜ਼ੋਰ ਹੋ ਸਕਦਾ ਹੈ। ਇਸ ਕਰਕੇ ਕੋਸ਼ਿਸ਼ ਕਰੋ ਕਿ ਤੁਸੀਂ ਇਸ ਤਰ੍ਹਾਂ ਦਾ ਪ੍ਰਾਣਾਯਾਮ ਕਰੋ ਜਿਹੜਾ ਕਿ ਜਿਸ ਤਰ੍ਹਾਂ ਅਸੀਂ ਲੰਬੇ ਸਾਹ ਲੈਂਦੇ ਹਾਂ ਜਿਹੜਾ ਕਿ ਸਾਡੇ ਸਰੀਰ ਨੂੰ ਅੰਦਰੋਂ ਠੰਡਾ ਕਰੇ, ਜਿਵੇਂ ਕਿ ਸ਼ੀਤਲੀ ਤੇ ਸ਼ੀਤਕਾਰੀ ਪ੍ਰਾਣਾਯਾਮ ਬਾਰੇ ਕਿਹਾ ਗਿਆ ਹੈ, ਜਾਂ ਫਿਰ ਤੁਸੀਂ ਹਲਕੀ ਫੁਲਕੀ ਸੈਰ ਕਰ ਸਕਦੇ ਹੋ, ਉਹ ਵੀ
ਠੰਡੇ ਵੇਲੇ ਤੇ ਬਹੁਤ ਭਾਰੀ ਵਿਆਮ ਤੋਂ ਬਚਣਾ ਚਾਹੀਦਾ ਹੈ। ਆਯੁਰਵੇਦ ਅਨੁਸਾਰ ਦਿਨ ਦੇ ਵੇਲੇ ਸੋਣਾ ਬਿਲਕੁਲ ਮਨਾਹੀ ਕੀਤੀ ਗਈ ਹੈ, ਪਰ ਗਰਮੀ ਰੁੱਤ ਦੇ ਵਿੱਚ ਅਸੀਂ ਕੁਝ ਮਿੰਟਾਂ ਦੀ ਨੈਪ ਜਿਵੇਂ 15-20 ਮਿੰਟ ਹੋ ਗਏ, 30 ਮਿੰਟ, ਅੱਧੇ ਘੰਟੇ ਤੱਕ ਅਸੀਂ ਸੋ ਸਕਦੇ ਹਾਂ ਦੁਪਹਿਰ ਵੇਲੇ। ਇਹ ਸਰੀਰ ਨੂੰ ਬਹੁਤ ਜ਼ਿਆਦਾ ਆਰਾਮ ਦਿੰਦਾ ਹੈ। ਜਾਂ ਤਾਂ ਤੁਸੀਂ ਕਿਸੇ ਠੰਡੇ ਸਥਾਨ ਦੀ ਵਰਤੋਂ ਕਰੋ ਜਾਂ ਫਿਰ ਸੰਘਣੇ ਦਰਖਤਾਂ ਦੇ ਹੇਠਾਂ ਤੁਸੀਂ ਆਰਾਮ ਕਰ ਸਕਦੇ ਹੋ। ਜੇ ਅਸੀਂ ਆਪਣੀ ਸਕਿਨ ਕੇਅਰ ਕਰਨਾ ਚਾਹੁੰਦੇ ਹਾਂ ਤਾਂ ਚੰਦਨ ਦੀ ਵਰਤੋਂ ਬਹੁਤ ਜ਼ਿਆਦਾ ਫਾਇਦੇਮੰਦ ਹੈ। ਅਸੀਂ ਮੁਲਤਾਨੀ ਮਿੱਟੀ, ਚੰਦਨ ਤੇ ਗੁਲਾਬ ਦੇ ਪੱਤਿਆਂ ਦੀ ਵਰਤੋਂ ਕਰਕੇ ਆਪਣੇ ਚਿਹਰੇ ਨੂੰ ਚਮਕਾ ਸਕਦੇ ਹਾਂ, ਕਿਉਂਕਿ ਇਹ ਸਾਰੀਆਂ ਚੀਜ਼ਾਂ ਤਾਸੀਰ ਵਿੱਚ ਠੰਡੀਆਂ ਹੁੰਦੀਆਂ ਹਨ। ਸਰੀਰ ਦੀ ਮਾਲਿਸ਼ ਦੇ ਲਈ ਨਾਰੀਅਲ ਦਾ ਤੇਲ ਤੇ ਦੇਸੀ ਘਿਓ ਬਹੁਤ ਹੀ ਜ਼ਿਆਦਾ ਵਧੀਆ ਰਹੇਗਾ। ਮਾਲਿਸ਼ ਹਮੇਸ਼ਾ ਨਹਾਉਣ ਤੋਂ ਪਹਿਲਾਂ ਕਰੋ ਤੇ ਅੱਧਾ ਪੌਣਾ ਘੰਟਾ ਰੁਕ ਕੇ ਤੁਸੀਂ ਨਾਰਮਲ ਪਾਣੀ ਦੇ ਨਾਲ ਗਰਮੀ ਦੀ ਰੁੱਤ ਦੇ ਵਿੱਚ ਨਹਾ ਸਕਦੇ ਹੋ। ਆਖਰੀ ਤੇ ਸਭ ਤੋਂ ਸੌਖਾ ਤਰੀਕਾ ਗਰਮੀਆਂ ਦੇ ਵਿੱਚ ਆਪਣੇ ਸਰੀਰ ਨੂੰ ਪੂਰਾ ਠੰਡਾ ਤੇ ਤਰੋਤਾਜ਼ਾ ਰੱਖਣ ਦਾ ਉਹ ਹੈ ਮਿੱਟੀ ਦੇ ਘੜੇ ਦਾ ਪਾਣੀ। ਇਹ ਸਾਨੂੰ ਬਿਲਕੁਲ ਵੀ ਨਹੀਂ ਭੁੱਲਣਾ ਚਾਹੀਦਾ ਕਿ ਹਰ ਗਰਮੀ ਨਵਾਂ ਮਿੱਟੀ ਦਾ ਘੜਾ ਲਿਆਓ ਤੇ ਉਸ ਨੂੰ ਬਾਹਰੋਂ ਅਸੀਂ ਧੋ ਸਕਦੇ ਹਾਂ, ਪਰ ਉਸ ਨੂੰ ਧੋਣ ਲੱਗੇ ਉਸ ਦੇ ਅੰਦਰ ਹੱਥ ਕਦੀ ਨਾ ਪਾਓ। 2 ਤੋਂ 3 ਵਾਰ ਅਸੀਂ ਪਾਣੀ ਪਾ ਕੇ ਇਸੇ ਤਰ੍ਹਾਂ ਹਿਲਾ ਕੇ ਉਸ ਨੂੰ ਸਾਫ਼ ਕਰ ਲਵਾਂਗੇ ਤੇ ਫਿਰ ਪੂਰਾ ਇੱਕ ਦਿਨ ਤੁਸੀਂ ਉਸ ਦੇ ਵਿੱਚ ਪਾਣੀ ਭਰ ਕੇ ਰੱਖ ਦਿਓ। ਉਸ ਪਾਣੀ ਨੂੰ ਕੱਢ ਦਿਓ ਤੇ ਫਿਰ ਉਸ ਤੋਂ ਬਾਅਦ ਉਹ ਵਰਤੋਂ ਕਰਨ ਦੇ ਲਈ ਤਿਆਰ ਹੈ। ਜ਼ਿਆਦਾ ਠੰਡਾ ਰੱਖਣਾ ਚਾਹੁੰਦੇ ਹੋ ਤਾਂ ਬਾਹਰ ਇੱਕ ਤੌਲੀਆ ਜਿਹੜਾ ਹੈ ਜਾਂ ਕੋਈ ਮੋਟੀ ਬੋਰੀ ਗਿੱਲੀ ਕਰਕੇ ਉਸ ਦੇ ਆਸ-ਪਾਸ ਬੰਨ੍ਹ ਦਿਓ। ਇਸ ਤਰ੍ਹਾਂ ਪਾਣੀ ਬਹੁਤ ਜ਼ਿਆਦਾ ਠੰਡਾ ਹੁੰਦਾ ਹੈ ਤੇ ਇਹ ਕੁਦਰਤੀ ਠੰਡਾ ਹੈ ਜਿਹੜਾ ਕਿ ਸਰੀਰ ਨੂੰ ਵੀ ਠੰਡਕ ਦਿੰਦਾ ਹੈ। ਪਿੱਤ ਰੋਗਾਂ ਤੋਂ, ਸਰੀਰ ਦੇ ਵਿੱਚ ਪਿੱਤ ਦੋਸ਼ ਤੇ ਵਧਣ ਵਾਲੀਆਂ ਬਿਮਾਰੀਆਂ ਤੋਂ ਆਪਣੇ ਆਪ ਨੂੰ ਬਚਾਉਣਾ ਚਾਹੁੰਦੇ ਹੋ ਤਾਂ ਗਰਮੀ ਰੁੱਤ ਦੀ ਜਿਹੜੀ ਦਿਨਚਰਿਆ ਹੈ, ਗਰਮੀ ਰੁੱਤ ਦੇ ਜਿਹੜੇ ਨਿਯਮ ਹਨ ਉਹਨਾਂ ਦਾ ਪਾਲਨ ਕਰਨਾ ਬਹੁਤ ਜ਼ਰੂਰੀ ਹੈ। ਜੇ ਅਸੀਂ ਇਸੇ ਤਰੀਕੇ ਹਰ ਰੁੱਤ ਦੇ ਨਿਯਮਾਂ ਦਾ ਪਾਲਨ ਕਰਦੇ ਜਾਵਾਂਗੇ ਤਾਂ ਅਸੀਂ ਵੈਸੇ ਹੀ ਸਵਸਥ ਰਵਾਂਗੇ। ਸਾਨੂੰ ਕਦੀ ਵੀ ਕੋਈ ਬਿਮਾਰੀ ਆ ਹੀ ਨਹੀਂ ਸਕਦੀ। ਇਸ ਤਰ੍ਹਾਂ ਦੀ ਖਾਸ ਜਾਣਕਾਰੀ ਭੋਜਨ ਬਣਾਉਂਦੇ ਹੋਏ ਨਹੀਂ ਦਿੱਤੀ ਜਾ ਸਕਦੀ, ਪਰ ਇਸ ਬਾਰੇ ਜਾਣਨਾ ਵੀ ਉਨਾ ਹੀ ਜ਼ਰੂਰੀ ਹੈ। ਇਸ ਕਰਕੇ ਇਸ ਤਰ੍ਹਾਂ ਦੀਆਂ ਵੀਡੀਓਜ਼ ਨੂੰ ਜ਼ਿਆਦਾ ਤੋਂ ਜ਼ਿਆਦਾ ਲਾਈਕ ਕਰੋ, ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਰੱਖੋ। ਮੈਂ ਫਿਰ ਮਿਲਾਂਗੀ ਕਿਸੇ ਹੋਰ ਨਵੀਂ ਜਾਣਕਾਰੀ ਦੇ ਨਾਲ। ਤਦ ਤੱਕ ਲਈ ਸਤਿ ਸ਼੍ਰੀ ਅਕਾਲ।